ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਜਿਨ੍ਹਾਂ ਦੀ ਕਿਰਪਾ ਸਦਕਾ ਸੰਸਾਰ ਦੇ ਉੱਤੇ ਸੁੱਖ ਵਰਤ ਰਿਹਾ ਹੈ। ਖਾਲਸਾ ਜੀ ਜਿਹੜੇ ਵੀ ਪ੍ਰਾਣੀ ਸ਼ਹੀਦਾਂ ਸਿੰਘਾਂ ਨੂੰ ਧੰਨ ਕਹਿੰਦੇ ਨੇ, ਨਮਸਕਾਰ ਕਰਦੇ ਨੇ, ਉਹਨਾਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਨੇ, ਸ਼ਰਧਾ ਵਸ ਹੋ ਕੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਬਾਣੀਆਂ ਦੇ ਜਾਪ ਕਰਦੇ ਨੇ, ਜਾਂ ਕਿਸੇ ਵੀ ਪ੍ਰਕਾਰ ਦੀ ਸੇਵਾ ਸ਼ਹੀਦਾਂ ਦੇ ਦਰਾਂ 'ਤੇ ਕਰਦੇ ਨੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਸੁੱਖ ਜ਼ਰੂਰ ਭਰਦੇ ਨੇ। ਖਾਲਸਾ ਜੀ ਕੋਈ ਔਕੜ ਉਹਨਾਂ ਨੂੰ ਖੁਲਾਰ ਨਹੀਂ ਸਕਦੀ, ਕੋਈ ਔਕੜ ਉਹਨਾਂ ਨੂੰ ਤੰਗ ਨਹੀਂ ਕਰ ਸਕਦੀ। ਉਹ ਨਿਰੰਤਰ ਚੱਲਦੇ ਨੇ, ਨਾਮ ਬਾਣੀ ਅਭਿਆਸ ਕਰਦੇ ਨੇ ਅਤੇ ਸੁੱਖ ਉਹਨਾਂ ਦੇ ਝੋਲੀ ਪੈਂਦੇ ਨੇ। ਖਾਲਸਾ ਜੀ ਹਮੇਸ਼ਾ ਯਾਦ ਰੱਖੀਏ, ਜਿਹੜੇ ਵੀ ਭਾਈ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰਦੇ ਨੇ ਅਦਬ ਸਤਿਕਾਰ ਨਾਲ ਕਰੀਏ। ਜਿੰਨਾ ਉਹਨਾਂ ਨੂੰ ਧੰਨ ਕਹਿ ਸਕਦੇ ਹਾਂ, ਜਿੰਨੀ ਵਾਰ ਵੀ ਕਹਿ ਸਕਦੇ ਹਾਂ ਉਨੀ ਵਾਰ ਹੀ ਕਹੀਏ, ਕਿਉਂਕਿ ਰਸਨਾ ਦੇ ਉੱਪਰ ਕੀਤੀ ਹੋਈ ਸਿਫਤ ਸਲਾਹ ਹੈ ਜੋ ਖਾਲਸਾ ਜੀ ਉਹ ਧੁਰ ਦਰਗਾਹ ਤੱਕ ਪਹੁੰਚਦੀ ਹੈ। ਧੰਨ ਕਹਿਆ ਹੋਇਆ ਅਗਲੇ ਦੇਸ਼ ਜਾ ਕੇ ਵੀ ਕੰਮ ਆਉਂਦਾ ਹੈ, ਜੀ ਕਹਿਆ ਹੋਇਆ ਕੰਮ ਆਉਂਦਾ ਹੈ। ਖਾਲਸਾ ਜੀ ਜਿਹੜੇ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕਾਂ ਸਿੱਖਾਂ ਗੁਰੂ ਪਾਤਸ਼ਾਹ ਜੀਆਂ ਨੂੰ ਧੰਨ ਕਹਿੰਦੇ ਨੇ, ਉਹਨਾਂ ਦੀ ਦਰਗਾਹ ਜਾ ਕੇ ਧੰਨ ਧੰਨ ਹੁੰਦੀ ਹੈ। ਖਾਲਸਾ ਜੀ ਦੁੱਖ ਰੋਗ ਕੋਈ ਉਹਨਾਂ ਦੇ ਕੋਲ ਆ ਨਹੀਂ ਸਕਦਾ। ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਧਿਆਉਂਦੇ ਨੇ, ਸ਼ਹੀਦਾਂ ਨੂੰ ਯਾਦ ਕਰਦੇ ਨੇ। ਆਪ ਜੀ ਨਾਲ ਕਈ ਵਾਰਤਾਵਾਂ ਮੈਂ ਸਾਂਝੀਆਂ ਕੀਤੀਆਂ ਗੁਰੂ ਕਿਰਪਾ ਦੇ ਨਾਲ। ਖਾਲਸਾ ਜੀ ਜਦੋਂ ਮੈਂ ਕਿਸੇ ਦੀ ਇਵੇਂ ਹੱਡ ਬੀਤੀ ਸੁਣਦਾ ਹਾਂ ਅਤੇ ਮਨ ਦੇ ਵਿੱਚ ਬੈਰਾਗ ਆ ਜਾਂਦਾ ਹੈ ਕਿ ਹੇ ਸੱਚੇ ਪਾਤਸ਼ਾਹ ਕਿੰਨੀ ਕਿਰਪਾ ਹੈ ਸ਼ਹੀਦੋ ਫੌਜੋ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਕਿੰਨੀ ਮਿਹਰ ਖਾਲਸਾ ਜੀ ਆਪ ਜੀ ਨੇ ਸੰਸਾਰ ਉੱਪਰ ਕੀਤੀ ਹੈ। ਕਿੰਨੀਆਂ ਸਾਖੀਆਂ, ਕਿੰਨੀਆਂ ਹੱਡ ਬੀਤੀਆਂ ਜੋ ਨਿਤਾ ਪ੍ਰਤ ਮੇਰੇ ਕੋਲ 15-15 20-20 ਫੋਨ ਆਉਂਦੇ ਨੇ। ਖਾਲਸਾ ਜੀ ਜਿਹੜੇ ਦੱਸਦੇ ਨੇ ਕਿ ਸਾਡੇ 'ਤੇ ਬਾਬਾ ਜੀ ਨੇ ਆਹ ਕਿਰਪਾ ਕੀਤੀ, ਸਾਡੇ 'ਤੇ ਆਹ ਕਿਰਪਾ ਕੀਤੀ। ਪਰ ਕਈ ਮੂਰਖ ਜਿਹੜੇ ਤਰਕਵਾਦੀ ਉਹ ਇਹਨਾਂ ਗੱਲਾਂ 'ਤੇ ਵੀ ਤਰਕ ਕਰਦੇ ਨੇ। ਰਹੋ ਵਿਚਾਰ ਜਿਨ੍ਹਾਂ ਦੀ ਜਿੱਥੇ ਪਰਮੇਸ਼ਰ ਨੇ ਸੇਵਾ ਲਾਈ ਹੈ ਉਹ ਉੱਥੇ ਹੀ ਲੱਗੇ ਰਹਿੰਦੇ ਨੇ, ਕਿਸੇ ਨੂੰ ਕੁਝ ਕਹਿ ਨਹੀਂ ਸਕਦੇ। ਸੋ ਖਾਲਸਾ ਜੀ ਇੱਕ ਗੁਰਮੁਖ ਪਿਆਰੇ ਮਿਲੇ, ਉਹ ਕਹਿਣ ਲੱਗੇ ਕਿ ਮੇਰੇ ਘਰ ਦੇ ਵਿੱਚ ਅੱਤ ਦੀ ਗਰੀਬੀ ਸੀ। ਮੇਰੇ ਘਰ 3 ਧੀਆਂ ਸੀਗੀਆਂ, ਮੇਰੀ ਘਰਵਾਲੀ ਦੀ ਮੌਤ ਹੋ ਚੁੱਕੀ ਸੀ, ਮੈਂ ਇਕੱਲਾ ਸੀ ਅਤੇ ਮੇਰੇ ਕੋਲ ਅੱਧੇ ਕਿੱਲੇ ਤੋਂ ਘੱਟ ਜ਼ਮੀਨ ਸੀ ਅਤੇ ਮੈਂ ਘਰ ਦੇ ਵਿੱਚ 2 ਗਾਈਆਂ ਰੱਖੀਆਂ ਸੀ, ਉਹਦਾ ਦੁੱਧ ਵੇਚ ਕੇ ਪਾਉਂਦਾ ਸਾਂ ਅਤੇ ਉਹਦੇ ਤੋਂ ਹੀ ਮੈਂ ਘਰ ਦਾ ਗੁਜ਼ਾਰਾ ਕਰਦਾ ਸਾਂ। ਉਹ ਵੀਰ ਕਹਿਣ ਲੱਗਾ ਕਿ ਬੜਾ ਬੁਰਾ ਹਾਲ, ਘਰ ਦੇ ਵਿੱਚ ਰੋਟੀ ਵੀ ਨਹੀਂ ਅਤੇ ਧੀਆਂ ਨੇ ਸਕੂਲ ਜਾਣਾ ਅਤੇ ਕੱਪੜੇ ਵੀ ਉਹਨਾਂ ਦੇ ਪਾਟੇ, ਮੈਂ ਕੱਪੜੇ ਵੀ ਲੈਣ ਜੋਗਾ ਨਹੀਂ ਸਾਂ। ਇੱਦਾਂ ਦੀ ਮੇਰੀ ਹਾਲਤ ਹੋਈ ਕਿ ਛੱਤਾਂ ਦੇ ਤੱਕ ਕੰਧਾਂ ਨੂੰ ਗਰੀਬੀ ਚੰਬੜੀ ਹੋਈ ਸੀ। ਜੇ ਮੈਂ ਕਿਸੇ ਕੋਲੋਂ ਕੋਈ ਪੈਸਾ ਮੰਗਦਾ ਸਾਂ ਅਤੇ ਅੱਗੋਂ ਮੈਨੂੰ ਇਹ ਸੁਣਨ ਨੂੰ ਮਿਲਦਾ ਸੀ, ਤੂੰ ਮੋੜੇਂਗਾ ਕਿਵੇਂ, ਤੇਰੇ ਕੋਲ ਕਿਹੜਾ ਕੋਈ ਸਾਧਨ ਹੈ, ਤੂੰ ਕਿਹੜਾ ਕੋਈ ਕਮਾਈ ਕਰਦਾ, ਸਾਨੂੰ ਗਾਈਆਂ ਵੇਚੇਂਗਾ ਕਿ ਆ ਜਿਹੜੀ 2 ਕਰਮਾਂ ਤੇਰੀ ਜ਼ਮੀਨ ਹੈ ਉਹ ਵੇਚੇਂਗਾ। ਇੱਦਾਂ ਲੋਕਾਂ ਨੇ ਦੁਰਕਾਰ ਕੇ ਅੱਗੇ ਤੁਰ ਜਾਣਾ। ਖਾਲਸਾ ਜੀ ਜਿੱਥੋਂ ਮੈਂ ਸੌਦਾ ਲੈਂਦਾ ਸਾਂ ਉਹਨਾਂ ਨੇ ਮੈਨੂੰ ਮਨ੍ਹਾ ਕਰ ਦਿੱਤਾ ਵੀ ਅਸੀਂ ਇਸ ਮਹੀਨੇ ਤੈਨੂੰ ਸੌਦਾ ਦੇ ਸਕਦੇ ਹਾਂ, ਨਹੀਂ ਤਾਂ ਪਿਛਲੇ ਪੈਸੇ ਦੇ, ਨਹੀਂ ਤਾਂ ਭਾਈ ਕੋਈ ਹੋਰ ਦੁਕਾਨ ਲੱਭ ਲੈ। ਇੱਦਾਂ ਦੀ ਕਹਿੰਦਾ ਮੇਰੀ ਦੁਰਦਸ਼ਾ ਹੋ ਗਈ ਕਿ ਮੈਨੂੰ ਇੰਝ ਲੱਗਣ ਲੱਗ ਪਿਆ ਕਿ ਮਣਾ ਇਹ ਗਰੀਬੀ ਮੈਨੂੰ ਮਾਰ ਦੇਵੇਗੀ। ਵੀਰ ਕਹਿੰਦਾ ਮੈਂ ਸਾਰੀ ਰਾਤ ਇਹੀ ਸੋਚ ਕੱਢ ਦੇਣੀ, ਦਿਨੇ ਕਦੀ ਕਿਸੇ ਪਾਸੇ ਜਾਣਾ, ਕਦੀ ਕਿਸੇ ਪਾਸੇ ਜਾਣਾ, ਭਾਈ ਕੋਈ ਕੰਮਕਾਰ ਨਹੀਂ ਸੀ ਮਿਲਦਾ। ਕਹਿੰਦਾ ਇੱਕ ਮੈਨੂੰ ਖੰਘ ਦੀ ਬੜੀ ਮੁਸ਼ਕਿਲ ਸੀ, ਪਤਾ ਨਹੀਂ ਵਾਹਿਗੁਰੂ ਜਾਣੇ ਉਹ ਕਿਹੜੀ ਬਿਮਾਰੀ ਸੀ, ਮੈਨੂੰ 5-7 ਸਾਲ ਤੋਂ ਖੰਘ ਨਹੀਂ ਸੀ ਹਟਦੀ, ਰਾਤ ਨੂੰ ਸ਼ੁਰੂ ਹੋ ਜਾਂਦੀ ਸੀ, ਸਾਰੀ ਰਾਤ ਮੈਂ ਖੰਘਦਾ ਸਾਂ। ਖੰਘ ਕੇ ਮੇਰਾ ਅੱਧਾ ਸਰੀਰ ਹੋ ਗਿਆ ਸੀ, ਮੈਂ ਕੋਈ ਕੰਮ ਕਰਨ ਜੋਗਾ ਨਹੀਂ ਸੀ। ਜੇ ਮੈਂ ਪੈਲੀ ਦੇ ਵਿੱਚ ਕੰਮ ਕਰਦਾ ਸਾਂ ਮਿੱਟੀ ਕੱਟੇ ਨਾਲ ਮੈਨੂੰ ਹੋਰ ਮੁਸ਼ਕਿਲ ਆਉਂਦੀ ਸੀ। ਇੱਦਾਂ ਦੀ ਮੇਰੀ ਕਹਿੰਦਾ ਦੁਰਦਸ਼ਾ ਹੋਈ, ਮੈਂ ਕੁਛ ਕਰਨ ਜੋਗਾ ਨਾ ਰਿਹਾ। ਮੇਰੀਆਂ ਧੀਆਂ ਹੀ ਪੱਠੇ ਵੱਢ ਕੇ ਲਿਆਉਂਦੀਆਂ, ਉਹੀ ਪਾਉਂਦੀਆਂ, ਉਹੀ ਡੰਗਰ ਚੋਂਦੀਆਂ, ਸਭ ਕੁਛ ਉਹਨਾਂ ਕਰਨਾ ਅਤੇ ਉਹ ਜਿਹੜਾ ਦੁੱਧ ਹੋਣਾ 2-2.5 ਕਿਲੋ ਉਹ ਅਸੀਂ ਵੇਚਣਾ, ਉਹਦੇ ਤੋਂ ਸਾਡਾ ਘਰ ਚੱਲਦਾ ਸੀ। ਕਹਿੰਦਾ ਐਸੀ ਮੇਰੇ 'ਤੇ ਬਿਪਤਾ ਬਣੀ, ਮੈਂ ਖੰਘਦਾ ਇੱਕ ਦਿਨ ਮੇਰਾ ਸਾਹ ਹੀ ਉੱਪਰ ਰਹਿ ਗਿਆ। ਮੇਰੀਆਂ ਧੀਆਂ ਨੇ ਰੌਲਾ ਪਾਇਆ, ਆਸੇ ਪਾਸਿਓਂ ਮੈਨੂੰ ਹੌਸਪੀਟਲ ਲੈ ਕੇ ਗਏ, ਉੱਥੋਂ ਮੈਂ ਦਵਾਈ ਲਈ। ਜਿਹੜੇ 2 ਛਿੱਲੜਾਂ ਘਰੇ ਜੋੜੀਆਂ ਸਨ ਵੀ ਕਿਤੇ ਕੰਮ ਆ ਜਾਣਗੀਆਂ, ਉਹ ਦਵਾਈ 'ਤੇ ਲੱਗ ਗਈਆਂ। ਹੁਣ ਕੋਈ ਕੋਲ ਪੈਸਾ ਨਹੀਂ ਰਿਹਾ, ਇੱਕ ਗਾਂ ਵੇਚੀ, ਉਹ ਗਾਂ ਵੇਚ ਕੇ ਜਿਹੜਾ 15-20 ਹਜ਼ਾਰ ਰੁਪਈਆ ਮੈਂ ਵਟਿਆ ਸੀ, 12 ਕੁ ਹਜ਼ਾਰ ਦੀ ਸ਼ਾਇਦ ਕਹਿੰਦੇ ਸੀ ਕਿ ਵਿਕੀ ਸੀ, ਉਹਦੇ ਵਿੱਚੋਂ ਮੈਂ ਦਵਾਈ ਲਿਆਂਦੀ, ਕੁਛ ਧੀਆਂ ਨੂੰ ਕੱਪੜੇ ਲੈ ਕੇ ਦਿੱਤੇ ਕਿਉਂਕਿ ਜਵਾਨ ਧੀਆਂ ਸੀ ਅਤੇ ਕੀ ਕਰਨਾ ਸੀ। ਕਹਿੰਦਾ ਇੱਕ ਦਿਨ ਮੈਂ ਖੇਤਾਂ ਦੇ ਵਿੱਚ ਬੈਠਾ,
ਉੱਥੇ ਬੈਠਾ ਬੈਠਾ ਸੌਂ ਗਿਆ। ਰੋਕ ਲੋ ਕੇ ਕਹਿੰਦਾ ਬੜਾ ਰੋਇਆ ਕਿ ਮਣਾ ਇੰਨੀਆਂ ਜ਼ਮੀਨਾਂ ਵਾਲੇ ਲੋਕ ਨੇ, ਵੱਡੇ ਵੱਡੇ ਟਰੈਕਟਰ ਲੈ ਕੇ ਤੁਰੇ ਫਿਰਦੇ ਨੇ, ਇੰਨੀ ਦੁਨੀਆ ਬਾਹਰ ਗਈ ਹੈ, ਇੰਨੇ ਲੋਕ ਨੇ, ਪਰ ਮੇਰੀ ਗਰੀਬ ਦੀ ਕੋਈ ਮਦਦ ਕਰਨ ਵਾਲਾ ਨਹੀਂ, ਮੈਨੂੰ ਕੋਈ 10 ਰੁਪਈਏ ਦੇਣ ਵਾਲਾ ਨਹੀਂ। ਇਹਨਾਂ ਲੋਕਾਂ ਦੇ ਇੰਨੇ ਇੰਨੇ ਕਾਰੋਬਾਰ ਨੇ ਪਰ ਦਿਲ ਨਹੀਂ ਇਹਨਾਂ ਦੇ ਕੋਲ। ਕਹਿੰਦਾ ਐਵੇਂ ਮੈਂ ਅਰਦਾਸ ਕਰਦਾ ਬਈ ਰੱਬਾ ਮਹਾਰਾਜ ਮੇਰੀ ਵੀ ਸੁਣ, ਮੇਰੇ 'ਤੇ ਵੀ ਕਿਰਪਾ ਕਰ। ਕਹਿੰਦਾ ਕੀ ਹੋਇਆ ਕਿ ਮੈਂ ਨਾ ਇੱਦਾਂ ਬੈਠਾ ਬੈਠਾ ਸੌਂ ਗਿਆ। ਜਦੋਂ ਸੁੱਤਾ ਅਤੇ ਸੁੱਤਿਆਂ ਮੈਨੂੰ ਦਰਸ਼ਨ ਹੋਏ ਕਿਸੇ ਮਹਾਂਪੁਰਸ਼ ਦੇ, ਵੀ ਉਹ ਬੈਠੇ ਨੇ ਅਤੇ ਉਹਨਾਂ ਦੇ ਗਾੜੀ ਬੜੀ ਸੰਗਤ ਬੈਠੀ ਹੈ ਅਤੇ ਮੈਂ ਵੀ ਉੱਥੇ ਗਿਆ ਅਤੇ ਮੇਰੇ ਕੱਪੜੇ ਪਾਟੇ ਹੋਏ ਨੇ। ਅਤੇ ਉਹ ਮਹਾਂਪੁਰਸ਼ ਨਾਲ ਜਦੋਂ ਮੈਨੂੰ ਵੇਖਿਆ, ਉਹਨਾਂ ਨੇ ਮੈਨੂੰ ਕਹਿੰਦੇ ਆ ਜਾ, ਮੇਰਾ ਨਾਂ ਲੈ ਕੇ ਕਹਿੰਦੇ ਵੀ ਸਰੈਣ ਸਿਆਂ ਆ ਜਾ ਅੱਗੇ, ਇੱਥੇ ਸਾਡੇ ਕੋਲ ਆ ਜਾ, ਤੈਨੂੰ ਉਡੀਕਦੇ ਸਾਂ। ਕਹਿੰਦਾ ਸੁਪਨੇ ਦੇ ਵਿੱਚ ਵਾਰਤਾਲਾਪ ਮਹਾਂਪੁਰਸ਼ਾਂ ਦੀ ਹੋ ਰਹੀ, ਪਤਾ ਨਹੀਂ ਕੌਣ ਸੀ, ਮੈਂ ਨਹੀਂ ਜਾਣਦਾ ਸੀ, ਮੈਂ ਕਦੀ ਵੇਖੇ ਤੱਕੇ ਵੀ ਨਹੀਂ। ਕਹਿੰਦੇ ਜਦੋਂ ਮੈਂ ਨਾ ਉੱਥੇ ਅੱਗੇ ਹੋਇਆ, ਮੈਨੂੰ ਕਹਿੰਦੇ ਵੀ ਕਿੱਧਰ ਆਇਆ, ਅਤੇ ਕਹਿੰਦੇ ਵੀ ਮੈਂ ਕਿਹਾ ਮਹਾਂਪੁਰਸ਼ੋ ਵੀ ਬੜੀ ਗਰੀਬੀ ਕਰ, ਵੀ ਗਰੀਬੀ ਬਹੁਤ ਜ਼ਿਆਦਾ, ਕੀ ਕਰਾਂ, ਕਿੱਥੇ ਜਾਵਾਂ, ਵੀ ਆਹ ਮੇਰੇ ਕੋਲ ਅੱਧੇ ਕਿੱਲੇ ਤੋਂ ਵੀ ਘੱਟ ਜ਼ਮੀਨ ਹੈ, ਉੱਥੇ ਮੈਂ ਕੀ ਕਰਾਂ, ਜੇ ਮੈਂ ਕਿਸੇ ਨੂੰ ਪੈਲੀ ਵਾਹੁਣ ਨੂੰ ਕਹਿੰਦਾ ਕੋਈ ਵਾਹੁੰਦਾ ਨਹੀਂ, ਆਪ ਹੀ ਕਹੀ ਨਾ ਗੋਡ ਕੇ ਪੱਠੇ ਬੀਜਦਾ ਹਾਂ, ਮਹਾਰਾਜ ਕੋਈ ਸੁਣਨ ਵਾਲਾ ਨਹੀਂ। ਕਹਿੰਦੇ ਵੀ ਮਹਾਂਪੁਰਸ਼ ਕਹਿਣ ਲੱਗੇ ਰੋਇਆ ਨਾ ਕਰ, ਫਿਕਰਾਂ ਨਾ ਕਰਿਆ ਕਰ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਂ ਜਪਿਆ ਕਰ ਆਉਂਦਾ ਜਾਂਦਾ, ਸ਼ਹੀਦਾਂ ਸਿੰਘਾਂ ਨੂੰ ਧੰਨ ਕਿਹਾ ਕਰ, ਛੋਟੇ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਿਆ ਕਰ, ਕਹਿ ਦਿਆ ਕਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਘਰੋਂ ਸਭ ਖਜ਼ਾਨੇ ਮਿਲਦੇ ਨੇ, ਸ਼ਹੀਦੋ ਸਿੰਘੋ ਕਿਰਪਾ ਕਰੋ। ਅਤੇ ਕਹਿੰਦੇ ਮੈਨੂੰ ਕਹਿੰਦੇ ਤੇਰੇ ਲਾਗੇ ਕਿਹੜਾ ਸਥਾਨ ਪੈਂਦਾ ਹੈ? ਕਹਿੰਦੇ ਵੀ ਮੇਰੇ ਲਾਗੇ ਬਾਬਾ ਦੀਪ ਸਿੰਘ ਸਾਹਿਬ ਦਾ ਸਥਾਨ ਪੈਂਦਾ ਟਾਹਲਾ ਸਾਹਿਬ। ਅਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਕਿੰਨਾ ਕੁ ਲਾਗੇ ਪੈਂਦਾ? ਕਹਿੰਦਾ ਲਾਗੇ ਤਾਂ ਨਹੀਂ, ਉੱਦਾਂ ਮੈਂ ਜਿਹੜਾ ਇਹ ਆ ਵੀ ਮੈਨੂੰ ਉਹਨਾਂ ਦਾ ਪਤਾ, ਹੋਰ ਮੈਂ ਕਿਤੇ ਕਦੀ ਗਿਆ ਨਹੀਂ, ਉੱਥੇ ਮੈਂ 1-2 ਵਾਰੀ ਗਿਆ ਹਾਂ। ਕਹਿੰਦੇ ਫਿਰ ਇੱਦਾਂ ਕਰਿਆ ਕਰ, ਉੱਥੇ ਜਾ ਕੇ ਸੇਵਾ ਕਰਿਆ ਕਰ, ਉੱਥੇ ਜਾਇਆ ਕਰ। ਕਹਿੰਦੇ ਮੇਰਾ ਸੁਪਨਾ ਖੁੱਲ੍ਹ ਗਿਆ। ਕਹਿੰਦਾ ਸੁਪਨੇ ਦੇ ਵਿੱਚ ਮੈਂ ਇੱਦਾਂ ਵਾਰਤਾਲਾਪ ਇੱਦਾਂ ਹੋਈ ਜਿਵੇਂ ਮਹਾਂਪੁਰਸ਼ ਇੱਥੇ ਮੇਰੀ ਪੈਲੀ ਦੇ ਵਿੱਚ ਹੀ ਮੰਜਾ ਲਾ ਕੇ ਬੈਠੇ ਸੀ, ਇਸੇ ਪੈਲੀ ਦੇ ਵਿੱਚ ਸੰਗਤ ਬੈਠੀ ਸੀ ਅਤੇ ਮੈਂ ਇੱਦਾਂ ਹੀ ਬੈਠਾ ਹਾਂ ਜਿੱਦਾਂ ਉੱਥੇ ਬੈਠਾ ਸਾਂ। ਕਹਿੰਦੇ ਮੈਂ ਉੱਠਿਆ ਅਤੇ ਘਰ ਗਿਆ। ਅਗਲੇ ਦਿਨ ਮੈਂ ਸੋਚਿਆ ਵੀ ਚੱਲ ਮੱਥਾ ਟੇਕ ਕੇ ਆਉਣਾ। ਕਹਿੰਦੇ ਮੈਂ ਟਾਹਲਾ ਸਾਹਿਬ ਨੂੰ ਚਾਲਾ ਪਾਇਆ, ਬੱਸੇ ਚੜ੍ਹਿਆ, ਚਲਿਆ ਗਿਆ। ਕਹਿੰਦਾ ਉੱਥੇ ਜਾ ਕੇ ਮੈਂ ਜਦੋਂ ਦਰਸ਼ਨ ਮੇਲੇ ਕੀਤੇ ਅਤੇ ਇੱਕ ਸਿੰਘ ਜੀ ਮੇਰੇ ਨਾਲ ਪ੍ਰਸ਼ਾਦਾ ਅਸੀਂ ਛਕਦੇ ਸਾਂ, ਮੇਰੇ ਲਾਗੇ ਬੈਠੇ ਸੀ। ਉਹ ਮੈਨੂੰ ਕਹਿਣ ਲੱਗੇ ਵੀ ਜਾਇਓ ਨਾ, ਵੀ ਆਪਾਂ ਸੇਵਾ ਕਰਦੇ ਹਾਂ, ਬਾਲਣ ਆਉਣਾ ਗੁਰੂ ਘਰ ਦਾ, ਉਹ ਲਾਹ ਕੇ ਰੱਖਣਾ। ਕਹਿੰਦੇ ਮੈਂ ਉਹਨਾਂ ਨੂੰ 7 ਵਜੇ ਕਿਹਾ ਕੋਈ ਗੱਲ ਨਹੀਂ, ਸੇਵਾ ਕਰ ਲੈਂਦੇ। ਬਾਲਣ ਆਇਆ, ਖਾਲਸਾ ਜੀ ਟਰਾਲੀ ਭਰੀ ਆਈ, ਉਹਦੇ ਵਿੱਚੋਂ ਲੱਕੜਾਂ ਲਾਹ ਕੇ ਰੱਖਣੀਆਂ ਸੀ। ਮੈਂ ਉਹ ਸੇਵਾ ਕੀਤੀ, ਮੈਨੂੰ ਖੰਘ ਸ਼ੁਰੂ ਹੋ ਗਈ, ਬੜੀ ਖੰਘ ਆਈ ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਮੈਂ ਹੁਣ ਨਹੀਂ ਕਰ ਸਕਦਾ, ਵੀ ਇਹ ਖੰਘ ਮੇਰੀ ਰੁਕਣੀ ਨਹੀਂ, ਮੈਨੂੰ ਘਰ ਜਾਣਾ ਪੈਣਾ। ਕਹਿੰਦੇ ਫਿਕਰ ਨਾ ਕਰ, ਕੁਛ ਨਹੀਂ, ਹੁਣੇ ਤੇਰੀ ਖੰਘ ਹਟਾ ਦਿੰਦੇ ਆ। ਕਹਿੰਦੇ ਉਹ ਅੰਦਰ ਨੂੰ ਗਏ, ਪਤਾ ਨਹੀਂ ਕੀ ਲੈ ਕੇ ਆਏ, ਇੱਕ ਉਹਨਾਂ ਦੇ ਹੱਥ 'ਤੇ ਨਮਕ ਸੀ, ਹੋਰ ਪਤਾ ਨਹੀਂ ਕੀ ਸੀ, ਉਹਨਾਂ ਨੇ ਹਥੇਲੀ 'ਤੇ ਪਾਇਆ, ਮਲ ਕੇ ਅਤੇ ਮੈਨੂੰ ਖਵਾ ਦਿੱਤਾ। ਕਹਿੰਦੇ ਇਹਨੂੰ ਚੱਟ ਲਾ, ਸ਼ਾਇਦ ਉਸ ਵਿੱਚ ਸ਼ਹਿਦ ਰਲਾਇਆ ਸੀ, ਕੋਈ ਦਵਾਈ ਸੀ, ਉਹਨਾਂ ਨੇ ਮੈਨੂੰ ਦਿੱਤੀ, ਮੈਂ ਛਕੀ, ਉਸੇ ਵੇਲੇ ਮੇਰੀ ਖੰਘ ਠੀਕ ਹੋ ਗਈ। ਜਦੋਂ ਮੇਰੀ ਖੰਘ ਠੀਕ ਹੋਈ, ਮੈਂ ਉਹਨਾਂ ਨੂੰ ਪੁੱਛਿਆ ਬਾਬਾ ਜੀ ਇਹ ਕੋਈ ਦਵਾਈ ਸੀ? ਉਹ ਕਹਿੰਦੇ ਤੂੰ ਫਿਕਰ ਨਾ ਕਰ, ਤੈਨੂੰ ਅੱਜ ਤੋਂ ਬਾਅਦ ਖੰਘ ਨਹੀਂ ਆਉਂਦੀ, ਤੂੰ ਇੱਥੇ ਟਾਹਲਾ ਸਾਹਿਬ ਸੇਵਾ ਮਹਾਰਾਜ ਗਾੜੀ ਸੁੱਖ ਲਾ, ਵੀ ਮੈਂ ਸੇਵਾ ਕਰਨ ਆਇਆ ਕਰੂੰ, ਜਦੋਂ ਤੇਰਾ ਦਿਲ ਕਰੇ, ਹਫ਼ਤੇ 'ਚ ਆ ਜਾ, 2 ਹਫ਼ਤਿਆਂ 'ਚ ਆ ਜਾ, ਪਰ ਆਇਆ ਕਰ, ਇਹ ਅਰਦਾਸ ਕਰ ਜਾਵੀਂ। ਕਹਿੰਦਾ ਮੈਂ ਉੱਥੇ ਅਰਦਾਸ ਕੀਤੀ ਕਿ ਮਹਾਰਾਜ ਵੀ ਮੈਂ ਆਇਆ ਕਰੂੰਗਾ, ਜਦੋਂ ਵੀ ਮੇਰਾ ਟਾਈਮ ਲੱਗਾ ਮੈਂ ਸੇਵਾ ਕਰਕੇ ਜਾਇਆ ਕਰੂੰਗਾ, ਖੰਘ ਦਾ ਮੇਰੇ ਗਲੋਂ ਸਿਆਪਾ ਲਾ ਦਿਓ, ਬਹੁਤ ਮਹਾਰਾਜੇ ਨੇ ਤੰਗ ਕੀਤਾ। ਕਹਿੰਦੇ ਐਸੀ ਕਿਰਪਾ ਹੋਈ, ਉਹ ਪਤਾ ਨਹੀਂ ਉਹਨਾਂ ਨੇ ਸਿੰਘਾਂ ਨੇ ਮੈਨੂੰ ਕੀ ਛਕਾਇਆ, ਉਸ ਦਿਨ ਤੋਂ ਬਾਅਦ ਕਦੇ ਮੈਨੂੰ ਖੰਘ ਨਹੀਂ ਆਈ। ਕਹਿੰਦੇ ਹੁਣ ਰਹਿ ਗਈ ਮੇਰੀ ਗਰੀਬੀ। ਕਹਿੰਦੇ ਮੈਂ ਟਾਹਲਾ ਸਾਹਿਬ ਆਉਣ ਲੱਗ ਪਿਆ, ਕਈ ਵਾਰੀ ਮੈਂ ਰੋਜ਼ ਹੀ ਆ ਜਾਣਾ ਦੁਪਹਿਰ। ਕਹਿੰਦੇ ਇੱਦਾਂ ਕਰਦਿਆਂ ਨਾ ਇੱਕ ਦਿਨ ਮੈਂ ਪੈਲੀ 'ਚ ਫੇਰ ਬੈਠਾ, ਮੈਂ ਉੱਥੇ ਨਾ ਇੱਦਾਂ ਜਪਦਾ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ, ਧੰਨ ਬਾਬਾ ਦੀਪ ਸਿੰਘ ਸਾਹਿਬ, ਇਹਦਾ ਨਾਮ ਜਪਦਾ ਮੈਂ ਸੌਂ ਗਿਆ। ਮੇਰੀ ਆਦਤ ਹੈ ਮੈਂ ਜਿੱਥੇ ਬੈਠਾ ਹੋਵਾਂ ਮੈਂ ਸੌਂ ਜਾਂਦਾ। ਮੇਰੇ ਸਰੀਰ ਦੇ ਵਿੱਚ ਇੱਦਾਂ ਦੀ ਮਤਲਬ ਕਮਜ਼ੋਰੀ ਸਮਝ ਲਓ ਕਿ ਮੈਨੂੰ ਬਹੁਤ ਛੇਤੀ ਨੀਂਦ ਆਉਂਦੀ ਸੀ। ਕਹਿੰਦਾ ਮੈਂ ਸੌਂ ਗਿਆ, ਮੈਨੂੰ ਉਹ ਮਹਾਂਪੁਰਸ਼ਾਂ ਦੇ ਫਿਰ ਦਰਸ਼ਨ ਹੋਏ। ਜਦੋਂ ਦਰਸ਼ਨ ਹੋਏ ਉਹ ਮੈਨੂੰ ਕਹਿਣ ਲੱਗੇ ਵੀ ਕਿੱਦਾਂ ਭਲਿਆ ਟਾਹਲਾ ਸਾਹਿਬ ਜਾਣਾ ਹੈ? ਕਹਿੰਦੇ ਮੈਂ ਉਹਨਾਂ ਅਗਾੜੀ ਬੇਨਤੀ ਕੀਤੀ ਮਹਾਰਾਜ ਹਾਂਜੀ ਮੈਂ ਪੰਜਾਬ ਜੀ ਦੀ ਕਿਰਪਾ ਨਾਲ ਜਾਣਾ। ਕਹਿੰਦਾ ਮੇਰੀ ਕੋਈ ਕਿਰਪਾ ਨਹੀਂ, ਇਹ ਕਿਰਪਾ ਸ਼ਹੀਦਾਂ ਫੌਜਾਂ ਦੀ ਹੈ, ਉਹਨਾਂ ਨੂੰ ਯਾਦ ਕਰਿਆ ਕਰ। ਅਤੇ ਮੈਂ ਕਹਿੰਦਾ ਬੇਨਤੀ ਕੀਤੀ ਮਹਾਂਪੁਰਸ਼ੋ ਗਰੀਬੀ ਦੂਰ ਕਰ ਦਿਓ। ਕਹਿੰਦੇ ਉਹਨਾਂ ਨੇ ਵਚਨ ਕੀਤਾ ਕਿ ਗਰੀਬੀ ਕਰੂਗਾ ਦੂਰ ਬਾਬਾ ਦੀਪ ਸਿੰਘ ਸਾਹਿਬ, ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ, ਚੇਤੇ ਕਰਿਆ ਕਰ,
ਤੇ ਤੂੰ ਨਾ ਘਰ ਵਿੱਚ ਜੋਤ ਲਾਉਣੀ ਸ਼ੁਰੂ ਕਰ। ਇਹ ਉਹਨਾਂ ਮਹਾਂਪੁਰਸ਼ਾਂ ਨੇ ਕਹਿੰਦੇ ਮੈਨੂੰ ਸੁਪਨੇ 'ਚ ਕਿਹਾ। ਕਹਿੰਦੇ ਇੱਦਾਂ ਮੈਂ ਘਰੇ ਜਾ ਕੇ ਧੀਆਂ ਨੂੰ ਕਿਹਾ ਕਿ ਘਿਓ ਜੋੜੀਏ ਜਾਂ ਬਾਜ਼ਾਰੋਂ ਲਿਆਈਏ ਵੀ ਆਪਾਂ ਜੋਤ ਲਾਉਣੀ ਸ਼ੁਰੂ ਕਰੀਏ। ਇੱਦਾਂ ਮਹਾਰਾਜ ਦੀ ਕਿਰਪਾ ਹੋਈ, ਅਸੀਂ ਘਰ ਵਿੱਚ ਜੋਤ ਲਾਉਣੀ ਸ਼ੁਰੂ ਕੀਤੀ। ਜੋਤ ਲਾਉਣੀ ਸ਼ੁਰੂ ਕੀਤੀ, ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ 'ਤੇ ਜਾਣ ਲੱਗ ਪਿਆ। ਕਈ ਵਾਰੀ ਮੇਰੀ ਬੇਟੀ ਨੇ ਚਲੇ ਜਾਣਾ, ਕਦੀ ਮੈਂ ਇਕੱਲੇ ਨੇ ਚਲੇ ਜਾਣਾ। ਇੱਦਾਂ ਮਹਾਰਾਜ ਦੀ ਕਿਰਪਾ ਵਰਤਦੀ ਰਹੀ ਖਾਲਸਾ ਜੀ। ਇੱਕ ਦਿਨ ਕੀ ਹੋਇਆ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਸ਼ਹੀਦਾਂ ਸਾਹਿਬ ਮੈਂ ਗਿਆ ਤਾਂ ਉਸ ਦਿਨ ਚੁਪਹਿਰਾ ਸੰਗਤਾਂ ਕੱਟਦੀਆਂ ਸੀ। ਐਤਵਾਰ ਦਾ ਦਿਨ ਸੀ, ਬਹੁਤ ਜ਼ਿਆਦਾ ਸੰਗਤ ਸੀ, ਬਹੁਤ ਸੰਗਤ ਜਦੋਂ ਚੁਪਹਿਰਾ ਕੱਟਦੀ ਮੈਂ ਵੀ ਬੈਠ ਗਿਆ। ਮੈਂ ਸ਼ਾਮਾਂ ਨੂੰ ਲੇਟ ਹੀ ਗਿਆ, ਸ਼ਾਮ ਦੀ ਅਰਦਾਸ ਸੁਣ ਕੇ ਉਸ ਵੇਲੇ ਘਰ ਨੂੰ ਪਰਤਿਆ। ਕਹਿੰਦੇ ਜਦੋਂ ਮੈਂ ਚੁਪਹਿਰੇ ਵਿੱਚ ਹਾਜ਼ਰੀ ਲਵਾ ਲਈ ਨਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨੇ ਜੋਗੇ ਕਿੱਥੋਂ ਸਾਂ, ਅਨਪੜ੍ਹ ਸਾਂ। ਜਦੋਂ ਕਹਿੰਦੇ ਚੁਪਹਿਰੇ ਵਿੱਚ ਹਾਜ਼ਰੀ ਜਿਸ ਦਿਨ ਮੇਰੀ ਲੱਗੀ, ਮੈਂ ਘਰੇ ਸੁੱਤਾ ਅਤੇ ਮੈਨੂੰ ਸੁਪਨਾ ਆਉਂਦਾ ਹੈ ਸੁੱਤਿਆਂ ਕਿ ਮੈਨੂੰ ਕੋਈ ਕਹਿ ਰਿਹਾ ਬਾਬਾ ਦੀਪ ਸਿੰਘ ਸਾਹਿਬ ਵਰਗਾ ਸਰੂਪ ਹੈ, ਬੜੇ ਉੱਚੇ ਲੰਮੇ ਜਵਾਨ ਘੋੜੇ 'ਤੇ ਚੜ੍ਹੇ ਹੋਏ। ਅਤੇ ਮੇਰੀ ਜਿਹੜੀ ਮੰਜੀ ਇੱਥੇ ਮੈਂ ਸੁੱਤਾ ਹਾਂ, ਉਸੇ ਮੰਜੀ ਨੂੰ ਆ ਕੇ ਉਹਨਾਂ ਨੇ ਹਿਲਾਇਆ ਅਤੇ ਮੈਂ ਸੁਪਨੇ ਦੇ ਵਿੱਚ ਉਹਨਾਂ ਨੂੰ ਜਦੋਂ ਉੱਠ ਕੇ ਵੇਖਿਆ, ਮੈਂ ਡਰ ਗਿਆ ਪਹਿਲਾਂ ਵੀ ਇਹ ਕੌਣ ਹੈ ਰਾਤ ਨੂੰ ਵੀ ਘੋੜੇ ਸਣੇ। ਕਹਿੰਦੇ ਉਹਨਾਂ ਨੇ ਕਿਹਾ ਭਲਿਆ ਪੁਰਸ਼ਾ, ਤੇਰੇ ਘਰ ਦੀ ਗਰੀਬੀ ਦੂਰ ਕਰ ਦਈਏ। ਕਹਿੰਦੇ ਮੈਂ ਹੱਥ ਜੋੜ ਕੇ ਕਿਹਾ ਬਾਬਾ ਜੀ ਘਰ ਵੀ ਤੁਹਾਡਾ, ਤੁਸੀਂ ਉਹ ਮਿਹਰ ਕਰਨੀ ਹੈ, ਜੇ ਗਰੀਬੀ ਦੂਰ ਕਰ ਦਿਓ ਗਰੀਬ ਦੀਆਂ ਧੀਆਂ ਵਿਆਹੀਆਂ ਜਾਣਗੀਆਂ, ਕੋਈ ਦੋ ਰੋਟੀਆਂ ਚੱਜ ਦੀਆਂ ਖਾ ਲਵਾਂਗੇ। ਕਹਿੰਦੇ ਇੱਦਾਂ ਮੈਂ ਮਹਾਰਾਜ ਪੁਰਸ਼ਾਂ ਅੱਗੇ ਹੱਥ ਬੰਨ੍ਹ ਕੇ ਜਿਹੜੀ ਬੇਨਤੀ ਜੋਦੜੀ ਕੀਤੀ। ਕਹਿੰਦੇ ਮੈਨੂੰ ਬਾਬਾ ਦੀਪ ਸਿੰਘ ਕਹਿਣ ਲੱਗੇ ਚੱਲ ਫਿਰ ਉੱਠ ਚੱਲੀਏ ਤੇਰੀ ਗਰੀਬੀ ਦੂਰ ਕਰੀਏ। ਕਹਿੰਦੇ ਉਹ ਘੋੜੇ 'ਤੇ ਅੱਗੇ ਅੱਗੇ ਮੈਂ ਹੌਲੀ ਹੌਲੀ ਪਿੱਛੇ ਪਿੱਛੇ ਚੱਲਿਆ ਜਾਵਾਂ। ਸੁਪਨੇ ਦੇ ਵਿੱਚ ਖਾਲਸਾ ਜੀ ਵਰਤਦਾ ਪਿਆ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਮੈਂ ਜਿੰਨੀਆਂ ਵੀ ਮਹਾਰਾਜ ਦੀ ਕਿਰਪਾ ਨਾਲ ਹੱਡ ਬੀਤੀਆਂ ਲੋਕਾਂ ਦੀਆਂ ਸੁਣੀਆਂ ਨੇ, ਉਹਨਾਂ ਨੂੰ ਸੁਪਨਿਆਂ ਦੇ ਵਿੱਚ ਕਿਉਂ ਦਿਦਾਰੇ ਹੁੰਦੇ ਨੇ? ਕਿਉਂਕਿ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਚਲੇ ਜਾਂਦੇ ਨੇ, ਅਰਦਾਸ ਬੇਨਤੀ ਜੋਦੜੀ ਕਰਦੇ ਨੇ, ਜਾਂ ਤਾਂ ਉਹਨਾਂ ਦਾ ਕਾਰਜ ਸੁਤੇਸਿਧ ਹੋ ਜਾਂਦਾ ਹੈ, ਜਾਂ ਮਹਾਂਪੁਰਸ਼ ਆ ਕੇ ਉਹਨਾਂ ਨੂੰ ਰਸਤਾ ਦੱਸਦੇ ਨੇ। ਸੁਪਨੇ ਆਉਣ ਦਾ ਕਾਰਨ ਇਹ ਹੁੰਦਾ ਹੈ ਕਿ ਸ਼ਹੀਦ ਫੌਜਾਂ ਉਹਨਾਂ ਨੂੰ ਰਾਹ ਵਿਖਾਉਂਦੀਆਂ ਨੇ। ਕਿਉਂਕਿ ਬੰਦੇ ਦਾ ਤਨ ਇੰਨਾ ਸੁੱਚਾ ਉੱਚਾ ਨਹੀਂ ਹੁੰਦਾ, ਸੁਰਤੀ ਬਿਰਤੀ ਉੱਚੀ ਸੁੱਚੀ ਨਹੀਂ ਹੁੰਦੀ ਕਿ ਸ਼ਹੀਦ ਸਿੰਘ ਪ੍ਰਗਟ ਹੋ ਕੇ ਦਰਸ਼ਨ ਦੇਣ। ਫਿਰ ਉਹ ਸੁਪਨੇ ਦੇ ਵਿੱਚ ਕਈ ਵਾਰੀ ਰਸਤੇ ਵਿਖਾਉਂਦੇ ਨੇ, ਕਦੀ ਕੁਛ ਰੂਪ ਬਣ ਕੇ ਆਉਂਦੇ ਨੇ, ਕਦੀ ਕੁਛ ਰੂਪ। ਖਾਲਸਾ ਜੀ ਇਹ ਮਹਾਰਾਜ ਦੀ ਕਿਰਪਾ ਹੀ ਹੈ। ਸੋ ਉਹ ਕਹਿਣ ਲੱਗੇ ਕਿ ਤੂੰ ਮੇਰੇ ਮਗਰ ਮਗਰ, ਜਦੋਂ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਜਾਂਦਾ ਸਾਂ, ਬਾਬਾ ਦੀਪ ਸਿੰਘ ਸਾਹਿਬ ਉੱਥੇ ਪਹੁੰਚ ਗਏ, ਉਹ ਸਰੂਪ ਉੱਥੇ ਪਹੁੰਚ ਗਿਆ। ਉਹ ਕਹਿੰਦਾ ਕਿ ਮੈਂ ਸੱਚ ਮੰਨਦਾ ਹਾਂ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੋਏ। ਉਹਨਾਂ ਵਰਗਾ ਸਰੂਪ ਘੋੜੇ 'ਤੇ ਮੇਰੀ ਪੈਲੀ ਵਿੱਚ ਪਹੁੰਚ ਕੇ, ਜਿੱਥੇ ਮੇਰੀ ਥੋੜ੍ਹੀ ਜਿਹੀ ਪੈਲੀ ਹੈ। ਉਹ ਕਹਿਣ ਲੱਗੇ ਵੀ ਕੱਲ੍ਹ ਨੂੰ ਤੂੰ ਪੈਲੀ ਦੀ ਆਹ ਵਾਲੀ ਨੁੱਕਰ ਨੂੰ ਪੁੱਟਣਾ ਅਤੇ ਤੇਰੇ ਸਿਰ ਤੱਕ ਪੁੱਟਣਾ। ਉਸ ਟੋਏ ਦੇ ਵਿੱਚ ਇੱਦਾਂ ਜਾਈ ਜਿੰਨਾ ਤੇਰਾ ਸਿਰ ਹੈ, ਭਾਵ ਕਿ 5 ਫੁੱਟ 6 ਫੁੱਟ ਜਿੰਨਾ ਵੀ ਹੋਵੇਗਾ ਸਰੀਰ, ਇੰਨਾ ਪੱਟਣਾ। ਕਹਿੰਦਾ ਇੱਦਾਂ ਸੁਪਨੇ ਵਿੱਚ ਉਹਨਾਂ ਨੇ ਕਿਹਾ ਵੀ ਤੂੰ ਅਮੀਰ ਹੋ ਜਾਵੇਂਗਾ। ਇੱਦਾਂ ਦੇ ਬਚਨ ਕਹਿੰਦਾ ਮੈਂ ਸੁਣੇ। ਸੁੱਤਾ ਉੱਠਿਆ, ਉਸ ਵੇਲੇ ਸਮਾਂ ਹੋਇਆ ਸੀ 3 ਵਜੇ ਦਾ, ਅੰਮ੍ਰਿਤ ਵੇਲੇ 3 ਵਜੇ ਸੀ। ਕਹਿੰਦੇ ਮੈਂ ਸੁੱਤਾ ਉੱਠਿਆ, ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ, ਧੰਨ ਬਾਬਾ ਦੀਪ ਸਿੰਘ ਸਾਹਿਬ ਇੱਦਾਂ ਜਪਣ ਲੱਗਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ। ਕਹਿੰਦਾ ਮੈਂ ਬੜਾ ਮਨ ਵਿੱਚ ਹੈਰਾਨ ਵੀ ਸੀ ਵੀ ਇਹ ਕਿਹੋ ਜਿਹੀ ਕੌਤਕ, ਕਿੱਦਾਂ ਦੀ ਖੇਡ ਬਣੀ। ਕਹਿੰਦਾ ਵਾਰ-ਵਾਰ ਮੈਂ ਨਮਸਕਾਰਾਂ ਕਰਾਂ, ਮੇਰੀਆਂ 3 ਧੀਆਂ ਉੱਠੀਆਂ, ਬਾਪੂ ਜੀ ਕੀ ਹੋਇਆ? ਅਤੇ ਕਹਿੰਦਾ ਮੈਂ ਉਹਨਾਂ ਨੂੰ ਦੱਸਿਆ ਧੀਓ ਵੀ ਅੱਜ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੋਏ, ਸ਼ਹੀਦਾਂ ਦੇ ਦਰਸ਼ਨ ਹੋਏ। ਮੇਰੀ ਸਭ ਤੋਂ ਛੋਟੀ ਧੀ ਕਹਿਣ ਲੱਗੀ ਬਾਬਾ ਜੀ ਕੀ ਕਹਿੰਦੇ? ਕਹਿੰਦੇ ਮੈਂ ਦੱਸਿਆ ਧੀਏ ਵੀ ਬਾਬਾ ਜੀ ਕਹਿੰਦੇ ਤੇਰੇ ਘਰੋਂ ਗਰੀਬੀ ਕੱਢ ਦਈਏ। ਕਹਿੰਦੇ ਉਹਨਾਂ ਨੇ ਮੈਨੂੰ ਰਸਤਾ ਦੱਸਿਆ, ਰਾਹ ਦਿਖਾਇਆ, ਹੁਣ ਆਪਾਂ ਸਵੇਰੇ ਜਾ ਕੇ ਵੇਖਾਂਗੇ। ਕਹਿੰਦੇ ਅਸੀਂ ਅੰਮ੍ਰਿਤ ਵੇਲੇ ਹੀ ਚਲੇ ਗਏ, 5-6 ਵਜੇ ਚਲੇ ਗਿਆ ਮੈਂ ਪੈਲੀ ਦੇ ਵਿੱਚ ਜਾ ਕੇ, ਜਿੱਥੇ ਉਹਨਾਂ ਨੇ ਹੱਥ ਕੀਤਾ ਸੀ ਉਹ ਮੈਂ ਖੱਡਾ ਪੁੱਟਣਾ ਸ਼ੁਰੂ ਕੀਤਾ। ਕਹਿੰਦੇ ਜਦੋਂ ਉਹਨਾਂ ਟੋਆ ਪੁੱਟਿਆ, ਥੱਲੋਂ ਇੱਕ ਬੋਰਾ ਨਿਕਲਿਆ ਅਤੇ ਉਹ ਬੋਰਾ ਜਿਹੜਾ ਸੀ ਉਹ ਪੈਸਿਆਂ ਨਾਲ ਭਰਿਆ ਹੋਇਆ ਸੀ, ਉਹ ਨੋਟਾਂ ਨਾਲ ਭਰਿਆ ਹੋਇਆ ਸੀ। ਖਾਲਸਾ ਜੀ ਜਦੋਂ ਕਹਿੰਦੇ ਮੈਂ ਕੱਢਿਆ ਅਤੇ ਮੈਂ ਉੱਥੇ ਸ਼ੁਕਰਾਨਾ ਬਾਬਾ ਦੀਪ ਸਿੰਘ ਸਾਹਿਬ ਦਾ ਕੀਤਾ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ, ਅਸੀਂ ਕਿੰਨੇ ਚਿਰ ਦੀ ਇਹ ਪੈਲੀ ਵਾਹੁੰਦੇ ਹਾਂ, ਪਤਾ ਨਹੀਂ ਕਿੰਨੇ ਸਮੇਂ ਤੋਂ ਪਿਛਲੇ ਸਾਡਾ ਟੱਬਰ ਵੀ ਵਾਹ ਕੇ ਗਿਆ, ਕੀ ਪਤਾ ਇਹ ਕਦੋਂ ਦੇ ਪੈਸੇ ਹੋਣਗੇ ਜਾਂ ਕਿਹੜੀ ਸਦੀ ਦੇ ਨੱਪੇ ਹੋਣਗੇ, ਵਾਹਿਗੁਰੂ ਜਾਣੇ। ਵੀ ਉਹ 84 ਵਾਲੇ ਜਿਹੜੇ ਜਦੋਂ ਸਿੰਘ ਕਈ ਵਾਰੀ ਪੈਸਾ ਲੈ ਕੇ ਆਉਂਦੇ ਸੀ ਅਤੇ ਕਿਸੇ ਦੇ ਘਰ ਹੀ ਛੱਡ ਜਾਂਦੇ ਸੀ, ਜਾਂ ਕਈ ਵਾਰੀ ਕਿਸੇ ਦੀ ਪੈਲੀ 'ਚ ਨੱਪ ਜਾਂਦੇ ਸੀ। ਇੱਦਾਂ ਦਾ ਕਹਿੰਦਾ ਮੈਂ ਸਾਰੀ ਉਮਰ ਉਹ ਆਪਣੀ ਜਿਹੜੀ ਪੈਲੀ ਛੋਟੀ ਥੋੜ੍ਹੀ ਜਿਹੀ ਮੈਨੂੰ ਮਿਲੀ, ਮੈਂ ਕੋਸਦਾ ਸਾਂ, ਪਰ ਉਹਨੇ ਹੀ ਮੈਨੂੰ ਸਭ ਕੁਝ ਦਿੱਤਾ। ਕਹਿੰਦੇ ਉਹ ਪੈਸੇ ਜਿਹੜੇ ਸੀ ਉਹ ਮੈਂ ਘਰ ਲੈ ਕੇ ਆਇਆ, ਉਹਦੇ ਵਿੱਚ ਕਈ ਇਹੋ ਜਿਹੇ ਪਦਾਰਥ ਸੀ ਜਿਹੜੇ ਕਿ ਅਸੀਂ ਵੇਖੇ ਹੀ ਨਹੀਂ। ਉਹਦੇ ਵਿੱਚ ਸੋਨੇ ਦੀਆਂ ਛਾਪਾਂ, ਚੈਨੀਆਂ, ਕਈ ਕੁਝ ਸੀ।
ਕਹਿੰਦੇ ਉੱਥੋਂ ਫਿਰ ਅਸੀਂ ਸਾਡੇ ਦਿਨ ਪਲਟੇ, ਪਰ ਅਸੀਂ ਐਸੀ ਸਾਡੇ 'ਤੇ ਕਿਰਪਾ ਰਹੀ, ਮਨ ਤੇ ਐਸੀ ਕਿਰਪਾ ਰਹੀ, ਮੈਂ ਉਹ ਪੈਸੇ ਨਾਲ ਫਿਰ ਜ਼ਮੀਨ ਖਰੀਦੀ। ਉਹ ਪੈਸੇ ਨੂੰ ਲੇਖੇ ਵਿੱਚ ਹੀ ਲਾਇਆ, ਕਿਤੇ ਜਮ੍ਹਾਂ ਨਹੀਂ ਕਰਾਇਆ। ਪੈਲੀ ਨਾਲ ਪੈਸੇ ਨਾਲ ਪੈਲੀ ਬਣਾਈ, ਬਾਬਾ ਦੀਪ ਸਿੰਘ ਸਾਹਿਬ ਦੇ ਦਰ 'ਤੇ ਥੋੜ੍ਹੀ ਜਿਹੀ ਭੇਟਾ ਚੜ੍ਹਾਈ, 2-3 ਹੋਰ ਅਸਥਾਨਾਂ 'ਤੇ ਭੇਟਾ ਚੜ੍ਹਾਈ ਕਿ ਮਹਾਰਾਜ ਜੀ ਤੁਸੀਂ ਧੰਨ ਹੋ, ਤੁਹਾਡੀ ਕਿਰਪਾ ਹੋਈ ਹੈ। ਇੱਦਾਂ ਕਹਿੰਦਾ ਖਾਲਸਾ ਜੀ ਮੈਂ ਅੱਜ ਤੱਕ ਉਹ ਗੁਪਤ ਰੱਖਿਆ, ਪਰ ਮੈਂ ਦੱਸਣਾ ਚਾਹੁੰਦਾ ਸਾਂ ਤਾਂ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਉੱਤੇ ਭਰੋਸਾ ਅਤੇ ਵਿਸ਼ਵਾਸ ਲੋਕਾਂ ਦਾ ਬਣ ਸਕੇ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਜਦੋਂ ਅਰਦਾਸਾਂ ਹੋ ਜਾਂਦੀਆਂ ਨੇ, ਜਦੋਂ ਸੇਵਕ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰ ਦਿੰਦਾ ਹੈ, ਫਿਰ ਬਾਕੀ ਸਾਰਾ ਕੁਛ ਕਰਨ ਵਾਲਾ ਬਾਬਾ ਦੀਪ ਸਿੰਘ ਆਪ ਹੈ। ਸਾਡਾ ਕੰਮ ਹੈ ਅਰਦਾਸ ਕਰਨੀ, ਸਾਡਾ ਕੰਮ ਹੈ ਜੋਦੜੀ ਕਰਨੀ, ਬਾਕੀ ਕਾਰਜ ਕਰਨਾ ਸ਼ਹੀਦਾਂ ਸਿੰਘਾਂ ਦੇ ਹੱਥ ਹੈ। ਇੱਦਾਂ ਉਹ ਵੀਰ ਜੀ ਕਹਿਣ ਲੱਗੇ ਕਿ ਸਾਡੇ ਘਰ ਦੀ ਗਰੀਬੀ ਦੂਰ ਹੋਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ। ਮੇਰੇ ਦੁੱਖ ਦੋ ਦੁੱਖ ਸੀ, ਇੱਕ ਮੈਨੂੰ ਖੰਘ ਸੀ ਜਿਹੜੀ ਕਦੇ ਹਟਦੀ ਨਹੀਂ ਸੀ, ਅਤੇ ਇੱਕ ਗਰੀਬੀ ਸੀ। ਇਵੇਂ ਉਹ ਵੀਰ ਜੀ ਕਹਿਣ ਲੱਗੇ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਆ ਕੇ ਦੱਸਿਆ ਵੀ ਕਿੱਥੋਂ ਕੀ ਨਿਕਲੇਗਾ, ਉੱਥੋਂ ਫਿਰ ਉਹੀ ਨਿਕਲਿਆ। ਮਹਾਰਾਜ ਦੀ ਕਿਰਪਾ ਵਰਤੀ। ਖਾਲਸਾ ਜੀ ਸੰਸਾਰ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਕਈ ਲੋਕ ਗੁਪਤ ਰੱਖ ਜਾਂਦੇ ਨੇ, ਅਤੇ ਕਈ ਜਿਹੜੇ ਨੇ ਉਹ ਉੱਚੀ ਉੱਚੀ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ 'ਤੇ ਆਹ ਕਿਰਪਾ ਕਰਕੇ ਗਏ ਨੇ, ਇਵੇਂ ਸਾਡੇ 'ਤੇ ਕਿਰਪਾ ਹੋਈ ਹੈ। ਬਾਬਾ ਦੀਪ ਸਿੰਘ ਸਾਹਿਬ ਇੱਦਾਂ ਫਿਰ ਬਾਂਹ ਫੜ ਕੇ ਸਾਰੇ ਕਾਰਜ ਸੇਵਕਾਂ ਦੇ ਕਰਦੇ ਨੇ। ਖਾਲਸਾ ਜੀ ਇਸ ਕਰਕੇ ਭਰੋਸਾ ਅਤੇ ਪ੍ਰੇਮ ਰੱਖੀਏ, ਸ਼ਰਧਾ ਰੱਖੀਏ, ਭੁੱਲਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।